ਨਮਸਕਾਰ, ਸਤਿ ਸ੍ਰੀ ਅਕਾਲ। ਡੇ ਐਂਡ ਨਾਈਟ ਨਿਊਜ਼ ਦੇ ਜਾਗੋ ਪੰਜਾਬ ਸ਼ੋਅ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਾਨੂੰ ਦੇਖ ਰਹੇ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਅਤੇ ਯੂਰਪ ਦੇ ਸੰਗਤ ਟੀਵੀ ਦੇ ਦਰਸ਼ਕਾਂ ਦਾ ਵੀ ਅਸੀਂ ਨਾਲ ਹੀ ਸਵਾਗਤ ਕਰਦੇ ਹਾਂ। ਅੱਜ ਅਸੀਂ ਪੰਜਾਬੀ ਪਾਠਕਾਂ ਤੇ ਉਹਨਾਂ ਦੇ ਸਵਾਦ ਦੀ ਗੱਲ ਕਰਾਂਗੇ। ਇੰਟਰਨੈਟ ਅਤੇ ਸੂਚਨਾ ਤਕਨਾਲੋਜੀ ਦੇ ਯੁੱਗ 'ਚ ਸਾਡੇ ਪਠਨ ਪਾਠ 'ਚੋਂ ਕਿਤਾਬਾਂ ਖਤਮ ਹੁੰਦੀਆਂ ਜਾ ਰਹੀਆਂ ਨੇ, ਪਰ ਇਸ ਦੇ ਬਾਵਜੂਦ ਪੰਜਾਬੀ ਦੇ ਲੇਖਕ ਨੰਗੇ ਧੜ ਸਾਹਿਤ ਦੀ ਰਚਨਾ ਵੀ ਕਰ ਰਹੇ ਨੇ ਅਤੇ ਆਪਣੀ ਜ਼ਿੰਦਗੀ ਨੂੰ ਜੀਵਨ ਲਈ ਤੇ ਪਾ ਕੇ ਮਸਤ ਚਾਲ ਵੀ ਚੱਲ ਰਹੇ ਨੇ। ਸੋ ਦਿਲਚਸਪ ਗੱਲ ਘਟਨਾਵਾਂ ਨੂੰ ਲੈ ਕੇ ਬੁਣੀ ਗਈ ਕਹਾਣੀ ਬਾਰੇ ਗੱਲ ਕਰਾਂਗੇ ਮਸ਼ਹੂਰ ਕਹਾਣੀਕਾਰ ਗੋਵਰਧਨ ਗੱਬੀ ਦੇ ਨਾਲ। ਗੋਵਰਧਨ ਗੱਬੀ ਅੱਜ ਸਾਡੇ ਸਟੂਡੀਓ 'ਚ ਆਏ ਹੋਏ ਨੇ ਅਤੇ ਸਾਡੇ ਅੱਜ ਦੇ ਮਹਿਮਾਨ ਨੇ। ਗੱਬੀ ਸਾਹਿਬ, ਅਸੀਂ ਪੁੱਛਦੇ ਹਾਂ ਤੁਹਾਡੇ ਤੋਂ ਕਿ ਅੱਜ ਦੀ ਭੱਜ ਦੌੜ ਦੀ ਜਿਹੜੀ ਜ਼ਿੰਦਗੀ ਹੈਗੀ ਹੈ, ਬਹੁਤ ਸਾਰੇ ਕੰਮ ਕਰਨੇ ਲੋਕਾਂ ਨੂੰ, ਖਾਸ ਕਰਕੇ ਪੰਜਾਬੀ ਪਾਠਕ ਤਾਂ ਇਹ ਬਹਾਨਾ ਬਣਾ ਲੈਂਦਾ, ਤਾਂ ਉਹ ਕੋਈ ਕਹਾਣੀ ਪੜ੍ਹੇਗਾ ਤਾਂ ਕਿਉਂ ਪੜ੍ਹੇਗਾ? ਮੈਂ ਤੁਹਾਡੇ ਨਾਲ ਸਹਿਮਤ ਹਾਂ ਸੁਰਿੰਦਰ ਜੀ ਕਿ ਜਿਹੜਾ ਅੱਜ ਦਾ ਜ਼ਮਾਨਾ ਹੈ, ਇਸ ਵੇਲੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਇੰਟਰਨੈਟ ਹੈ, ਫਿਲਮਸ ਹੈ, ਤੁਹਾਡੇ ਫ਼ੋਨ ਦੇ ਉੱਪਰ ਹੀ, ਮੋਬਾਈਲ ਦੇ ਉੱਪਰ ਹੀ ਸਾਰਾ ਕੁਝ ਅਵੇਲੇਬਲ ਹੈ। ਔਰ ਇਹ ਵੀ ਸੱਚ ਹੈ ਕਿ ਲੋਕਾਂ ਦਾ ਜਾਂ ਆਮ ਪਾਠਕਾਂ ਦਾ ਕਹਾਣੀ ਬਾਰੇ ਕਹਿ ਲਓ ਜਾਂ ਸਾਹਿਤ ਵਾਲੇ ਪਾਸੋਂ ਥੋੜ੍ਹਾ ਜਿਹਾ ਜਿਹੜਾ ਰੁਝਾਨ ਹੈ ਜਾਂ ਉਹਨਾਂ ਦੀ ਦਿਲਚਸਪੀ ਜਿਹੜੀ ਉਹ ਘਟ ਰਹੀ ਹੈ, ਕਿਉਂਕਿ ਉਹਨਾਂ ਕੋਲ ਉਹ ਸਭ ਚੀਜ਼ਾਂ ਰੈਡੀਮੇਡ ਅਵੇਲੇਬਲ ਹੈਗੀਆਂ, ਉਹਨਾਂ ਕੋਲ ਨੈੱਟ ਹੈਗਾ, ਸਭ ਕੁਝ ਹੈਗਾ। ਉਹਨਾਂ ਨੂੰ ਵਾਸਤੇ ਮਨ ਪਰਚਾਵੇ ਲਈ ਜਾਂ ਐਂਟਰਟੇਨਮੈਂਟ ਵਾਸਤੇ ਹੋਰ ਕਾਫੀ ਸਾਧਨ ਹੈਗੇ ਆ। ਔਰ ਜਿਹੜਾ ਇਹ ਸਾਡੀਆਂ ਕਿਤਾਬੀ ਕਲਚਰ ਹੈਗਾ ਜਾਂ ਸਾਹਿਤ ਦਾ ਕਲਚਰ ਹੈ, ਇਹਦੇ ਵਾਸਤੇ ਲੋਕਾਂ ਕੋਲ ਮੇਰੇ ਖਿਆਲ ਤੱਕ ਇੰਨੀ ਅੱਜ ਕੱਲ੍ਹ ਦੌੜ ਭੱਜ ਹੈ, ਇੰਨੀ ਸਪੀਡ ਨਾਲ ਜ਼ਿੰਦਗੀ ਚੱਲ ਰਹੀ ਹੈ ਕਿ ਉਹਨਾਂ ਕੋਲ ਇੰਨਾ ਵਕਤ ਨਹੀਂ ਹੈ ਕਿ ਵੀ ਅਸੀਂ, ਖਾਸ ਤੌਰ 'ਤੇ ਜਿਹੜੀ ਨਵੀਂ ਪੀੜ੍ਹੀ ਹੈ ਸਾਡੀ, ਕਿ ਉਹਨਾਂ ਕੋਲ ਇੰਨਾ ਵਕਤ ਨਹੀਂ ਹੈ ਕਿ ਉਹ ਕਿਤਾਬਾਂ ਲੈ ਕੇ ਤੁਹਾਡੀ ਕਹਾਣੀ ਪੜ੍ਹਨ ਜਾਂ ਤੁਹਾਡਾ ਕੋਈ ਰਚਨਾ ਪੜ੍ਹਨ, ਫਿਰ ਤੁਹਾਡੇ ਨਾਲ ਸੰਵਾਦ ਰਚਾਉਣ। ਇਸ ਤਰ੍ਹਾਂ ਦਾ ਟਾਈਮ ਨਹੀਂ ਹੈ ਉਹਨਾਂ ਕੋਲ। ਬਹੁਤ ਤੇਜ਼ ਚੱਲ ਰਿਹਾ ਸਾਰਾ ਕੁਛ ਔਰ ਐਵਰੀਥਿੰਗ, ਮਤਲਬ ਉਹਨਾਂ ਕੋਲ ਤਾਂ ਸੱਚ ਪੁੱਛੋ ਤਾਂ ਅੱਜ ਕੱਲ੍ਹ ਇੰਨਾ ਟਾਈਮ ਵੀ ਨਹੀਂ ਹੈਗਾ ਕਿ ਉਹ ਕੁਛ ਵੀ ਅਖਬਾਰਾਂ ਪੜ੍ਹਨ ਦਾ ਵੀ ਟਾਈਮ ਨਹੀਂ ਹੈਗਾ। ਜਿਹੜਾ ਰੋਜ਼ ਉਹਨੂੰ ਕੁਝ ਤੁਸੀਂ ਥੋੜ੍ਹੇ ਸਮੇਂ ਦੇ ਵਿੱਚ ਉਹਨੂੰ ਦੇਖ ਸਕਦੇ ਹੋ ਔਰ ਤੁਸੀਂ ਹਰ ਵੇਲੇ, ਕਿਉਂਕਿ ਤੁਹਾਡੇ ਕੋਲ ਮੋਬਾਈਲ ਹੈ ਜਿਹਦੇ 'ਤੇ ਇੰਟਰਨੈਟ ਹੈ, ਤੁਸੀਂ ਹਰ ਸਮੇਂ ਅਪਡੇਟ ਰਹਿੰਦੇ ਹੋ। ਔਰ ਇਸ ਕਰਕੇ ਅੱਜ ਜਿਹੜਾ, ਜੇ ਅਸੀਂ ਪੰਜਾਬੀ ਕਹਾਣੀ ਜਾਂ ਪੰਜਾਬੀ ਸਾਹਿਤ ਦੀ ਗੱਲ ਕਰੀਏ ਤਾਂ ਬਹੁਤ ਘੱਟ, ਜਾਂ ਜਿਹੜੇ ਸਾਡੇ ਪੀੜ੍ਹੀ ਦੇ ਲੋਕ ਹੈ ਉਹ ਅਜੇ ਥੋੜ੍ਹੇ ਬਹੁਤ ਜੁੜੇ ਹੋਏ ਹੈ। ਬਟ ਕਿਉਂਕਿ ਮੇਰੇ ਆਪਣੇ ਘਰ ਦੇ ਵਿੱਚ ਮੇਰੇ ਆਪਣੇ ਬੱਚੇ ਜਾਂ ਮੇਰੇ ਆਂਢ ਗੁਆਂਢ ਮੈਂ ਦੇਖਦਾ ਬਹੁਤ ਹੀ ਲੋਕ ਜਿਹੜੇ ਉਹ ਸਾਹਿਤ ਨਾਲ ਜੁੜੇ ਹੋਏ ਹੈ, ਜਾਂ ਉਹ ਸਾਹਿਤ ਬਾਰੇ ਜਾਂ ਕਹਾਣੀਆਂ ਪੜ੍ਹਦੇ ਆ ਜਾਂ ਕਵਿਤਾਵਾਂ ਪੜ੍ਹਦੇ ਆ ਜਾਂ ਕਿਤਾਬਾਂ ਪੜ੍ਹਦੇ ਆ, ਨਹੀਂ ਪੜ੍ਹਦੇ। ਮੇਰੇ ਹਿਸਾਬ ਨਾਲ ਬਹੁਤ ਰੁਝਾਨ ਘਟ ਰਿਹਾ। ਉਹਦਾ ਕਾਰਨ ਕੀ ਹੈ? ਉਹਦੇ ਵਿੱਚ ਆ ਜਿਹੜੇ ਨਵੇਂ ਮੀਡੀਆ ਆਏ ਹੈ ਜਾਂ ਟੀਵੀ ਹੈ ਜਾਂ ਇੰਟਰਨੈਟ ਹੈ, ਇਹਦਾ ਇੱਕ ਬਹੁਤ ਵੱਡਾ ਰੋਲ ਹੈ। ਫਿਲਮਾਂ ਦਾ ਕਾਫੀ ਰੋਲ ਹੈ, ਟੀਵੀ ਦਾ ਕਾਫੀ ਰੋਲ ਹੈ, ਟੀਵੀ ਦਾ ਜੀ। ਤੇ ਜਿਹੜਾ ਟੀਵੀ ਦੇ ਵਿੱਚ ਜਾਂ ਫਿਲਮ ਦੇ ਵਿੱਚ ਕਹਾਣੀ ਨੂੰ ਬਿਆਨ ਕੀਤਾ ਜਾਂਦਾ, ਦਿਖਾਇਆ ਜਾਂਦਾ ਹੈ ਨਾ, ਦ੍ਰਿਸ਼ ਚਿੱਤਰਨ ਹੁੰਦਾ, ਉਹਦੇ 'ਚ ਸਾਰਾ ਕੁਝ ਹੁੰਦਾ, ਉਹ ਜ਼ਿਆਦਾ ਦਿਲਚਸਪ ਲੱਗਦਾ ਦਰਸ਼ਕ ਨੂੰ। ਬਿਲਕੁਲ। ਤੇ ਪਾਠਕ ਨੂੰ ਅੱਖਰਾਂ ਨਾਲ ਮੱਥਾ ਮਾਰਨ ਦੇ ਨਾਲੋਂ ਮੈਂ ਕਹਿੰਦਾ ਉਹ ਕਹਿੰਦਾ ਕਿ ਮੈਂ ਟੀਵੀ ਦੇ ਉੱਤੇ ਜਾਂ ਆਪਣੇ ਅੱਜ ਕੱਲ੍ਹ ਤਾਂ ਮੋਬਾਈਲ ਫੋਨ 'ਤੇ ਵੀ ਦੇਖ ਸਕਦਾ। ਜੀ ਬਿਲਕੁਲ, ਇਹੋ ਹੀ ਕਾਰਨ ਹੈ। ਇਹ ਵੀ ਇੱਕ ਕਾਰਨ ਹੈਗਾ। ਨੰਬਰ 2, ਕਿਉਂਕਿ ਸਾਹਿਤ, ਮੈਂ ਜਿੱਦਾਂ ਕੁਛ ਮੇਰੇ ਨੌਜਵਾਨਾਂ ਨਾਲ ਗੱਲਬਾਤ ਹੁੰਦੀ ਹੈ, ਉਹ ਜਿਹਨਾਂ ਨੂੰ ਪੜ੍ਹਨਾ ਪੈਂਦਾ, ਜਿਸ ਤਰ੍ਹਾਂ ਤੁਸੀਂ ਅਗਰ BA ਕਰਨੀ ਹੈ, MA ਕਰਨੀ ਹੈ, ਅਤੇ ਉਹ ਬੜੀ ਮੁਸ਼ਕਿਲ ਨਾਲ ਕਹਿੰਦੇ ਯਾਰ ਚਲੋ ਸਿਆਪਾ ਮੁੱਕਿਆ, ਪੜ੍ਹਿਆ ਜੀ, ਮੈਂ ਪੇਪਰ ਪਾਸ ਹੋ ਗਿਆ ਜੀ। ਇਸ ਤੋਂ ਜ਼ਿਆਦਾ ਨਹੀਂ ਹੈਗਾ, ਕਿਉਂਕਿ ਉਹਨਾਂ ਕੋਲ ਅਲਟਰਨੇਟਿਵ, ਉਹਨਾਂ ਕੋਲ ਫਿਲਮਾਂ ਹੈਗੀਆਂ, ਉਹਨਾਂ ਕੋਲ ਟੀਵੀ ਹੈਗਾ, ਸੀਰੀਅਲ ਆ ਰਹੇ ਆ, ਉੱਥੇ ਵੀ ਸਟੋਰੀਆਂ ਚੱਲਦੀਆਂ। ਹਾਲਾਂਕਿ ਜਦੋਂ ਅਸੀਂ ਸਾਹਿਤ ਦੀ ਗੱਲ ਕਰਦੇ ਹਾਂ ਜਾਂ ਸਾਹਿਤਕ ਕਹਾਣੀ ਦੀ ਗੱਲ ਕਰਦੇ ਹਾਂ, ਸਾਹਿਤਕ ਰਚਨਾ ਦੀ, ਅਸੀਂ ਉਹਨਾਂ ਨੂੰ ਫਿਲਮਾਂ ਕੋਲੋਂ ਨਿਖੇੜਦੇ ਹਾਂ ਕਿ ਵੀ ਸਾਨੂੰ ਆਮ ਕਿਹਾ ਜਾਂਦਾ ਯਾਰ ਕੋਈ ਚੱਜ ਦੀ ਕਹਾਣੀ ਲਿਖੋ, ਆ ਕਿ ਫਿਲਮੀ ਦੀ ਕਹਾਣੀ ਲਿਖੀ ਹੈ। ਸੋ ਫਿਲਮੀ ਕਹਾਣੀ ਨੂੰ ਅਸੀਂ ਕਹਾਣੀ ਨਹੀਂ ਮੰਨਦੇ ਸਾਹਿਤ ਦੇ ਵਿੱਚ, ਲੇਕਿਨ ਕਹਾਣੀਆਂ ਉੱਪਰ ਹੀ ਫਿਲਮਾਂ ਬਣਦੀਆਂ। ਪਰ ਤੁਹਾਨੂੰ ਮੰਨਣਾ ਪਏਗਾ, ਸ਼ਾਇਦ ਹੋਰ 5 ਸਾਲਾਂ ਨੂੰ ਮੰਨਣਾ ਪਏ ਤਾਂ ਗੱਲ ਮੰਨਣੀ ਪਏਗੀ ਤੁਹਾਨੂੰ। ਕਿਹੜੀ ਜੀ? ਕਿ ਫਿਲਮਾਂ ਦੀ ਕਹਾਣੀ ਵੀ ਇੱਕ ਕਹਾਣੀ ਹੈ। ਨਹੀਂ, ਮੰਨਣਾ ਪੈਣਾ ਹੁਣ, ਕਿਉਂਕਿ ਇਸ ਤਰ੍ਹਾਂ ਆ ਰਿਹਾ ਹੈ, ਕਿਉਂਕਿ ਹੁਣ ਕਹਾਣੀ ਦੇ ਉੱਪਰ ਹੀ ਫਿਲਮ ਬਣਦੀ ਹੈ। ਲੇਕਿਨ ਅਗਰ ਅਸੀਂ ਫਿਲਮੀ ਕਹਾਣੀ ਲਿਖੀਏ ਤਾਂ ਜਿੱਦਾਂ ਸਾਹਿਤਕਾਰ ਹੋਣ ਦੇ ਨਾਤੇ ਜਿਹੜੇ ਸਾਡੇ ਸਮਕਾਲੀ ਜਾਂ ਸਾਡੇ ਨਾਲ ਦੇ, ਉਹ ਕਹਿਣਗੇ ਵੀ ਆਹ ਕੀ ਹੈ ਜੀ, ਆਹ ਫਿਲਮੀ ਕਹਾਣੀਆਂ ਲਿਖਦਾ ਜੀ ਗੱਬੀ, ਇਹਦੇ ਕੋਲ ਕੁਛ ਨਹੀਂ ਹੈ ਜਾਂ ਕੋਈ ਵੀ। ਅੱਛਾ, ਮੈਨੂੰ ਲੱਗਦਾ ਕਿ ਜਿਹੜੀ ਟੈਕਸਟ ਰੂਪ ਦੇ ਵਿੱਚ ਕਹਾਣੀ ਸਾਡੇ ਸਾਹਮਣੇ ਹੈ, ਕਿਤਾਬ ਦੇ ਵਿੱਚ ਹੈ ਜਾਂ ਅਖਬਾਰ ਦੇ ਵਿੱਚ ਕਹਾਣੀ ਸਾਡੇ ਸਾਹਮਣੇ ਹੈ, ਮੈਂ ਕਹਿੰਦਾ ਉਹਦੇ 'ਚ ਪਾਠਕ ਨੂੰ ਆਜ਼ਾਦੀ ਹੈ ਕਿ ਉਹ ਉਸ ਕਹਾਣੀ ਨੂੰ ਕਿਵੇਂ ਲੈਂਦਾ, ਉਸ ਦਾ ਦ੍ਰਿਸ਼ ਕਿਵੇਂ ਬਣਾਉਂਦਾ ਜੀ। ਅਤੇ ਉਹ ਜਿਹੜੇ ਪਾਤਰ ਦੇ ਕੱਪੜੇ ਨੇ, ਉਹਨਾਂ ਦੇ ਕੀ ਰੰਗ ਚੁਣਦਾ, ਕਿਵੇਂ ਦੇ ਰੰਗ ਉਹ ਆਪਣੇ ਮਨ ਦੇ ਵਿੱਚ ਕਲਪਨਾ ਕਰਦਾ ਉਹਨਾਂ ਦੀ, ਜਦ ਕਿ ਫਿਲਮ ਦੀ ਜਿਹੜੀ ਕਹਾਣੀ ਹੈ ਉਹਦੇ 'ਤੇ ਉਹ ਇੱਕ ਤਰ੍ਹਾਂ ਦੀ ਠੋਸੀ ਜਾਂਦੀ ਹੁੰਦੀ ਹੈ। ਇਹਦੇ ਬਾਰੇ ਕੀ? ਐਕਚੁਅਲੀ ਫਿਲਮ ਇੱਕ ਵੱਖਰਾ ਮਾਧਿਅਮ ਹੈਗਾ ਕਿਸੇ ਕਹਾਣੀ ਨੂੰ ਪ੍ਰੈਜੈਂਟ ਕਰਨ ਲਈ ਜਾਂ ਲੋਕਾਂ ਨੂੰ ਦਿਖਾਉਣ ਵਾਸਤੇ। ਲੇਕਿਨ ਜਦੋਂ ਤੁਸੀਂ ਅਖਬਾਰ 'ਤੇ ਲਿਖੀ ਹੋਈ ਜਾਂ ਕਿਤਾਬ 'ਤੇ ਲਿਖੀ ਹੋਈ ਕਹਾਣੀ ਦੀ ਗੱਲ ਕਰਦੇ ਹੋ, ਉਹ ਜਦੋਂ ਪਾਠਕ ਪੜ੍ਹਦਾ ਹੈ, ਉਹ ਆਪਣੇ ਤਰੀਕੇ ਨਾਲ ਕਹਾਣੀ ਦੇ ਨਾਲ ਤੁਰਦਾ ਹੈ, ਉਹ ਆਪਣੇ ਤਰੀਕੇ ਨਾਲ ਇਹ ਸੋਚਣ ਦੀ ਕੋਸ਼ਿਸ਼ ਕਰਦਾ ਹੈ, ਇਹ ਪੜਤਾਲ ਕਰਨ ਦੀ ਕੋਸ਼ਿਸ਼ ਕਰਦਾ ਵੀ ਇਸ ਕਹਾਣੀਕਾਰ ਨੇ ਇਸ ਵਿੱਚ ਕੀ ਕਹਿਣਾ ਕੀ ਚਾਹੁੰਦਾ ਹੈ, ਇਹਦਾ ਮਤਲਬ ਕੀ ਹੈ। ਔਰ ਕਈ ਮਤਲਬ ਕੱਢਦੇ ਆ ਹਰ ਇੱਕ ਪਾਠਕ ਜਿਹੜਾ ਉਹ ਆਪਣੇ ਆਪਣੇ ਤਰੀਕੇ ਦੇ ਨਾਲ
ਉਹਦਾ ਮਤਲਬ ਕੱਢੇਗਾ। ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣੇ ਐਗਜ਼ਾਮਪਲ ਦਿੰਦਾ ਕਿ ਪਿਛਲੇ ਐਤਵਾਰ ਮੇਰੀ ਕਿਤਾਬ ਦੇ ਉੱਪਰ ਸੀਗਾ ਫੰਕਸ਼ਨ ਸੀਗਾ, ਤੇ ਜਿੱਦਾਂ ਮੇਰੇ ਉੱਪਰ ਇਲਜ਼ਾਮ ਲੱਗੇ ਹੋਏ ਸੀ ਕਿ ਜੀ ਗੋਵਰਧਨ ਗੱਬੀ ਅਸ਼ਲੀਲ ਕਹਾਣੀਆਂ ਲਿਖਦਾ ਹੈ, ਔਰ ਮੈਂ ਇਸ ਵਾਰੀ ਬੜਾ ਡਰਿਆ ਹੋਇਆ ਸੀ ਕਿ ਬਈ ਇਸ ਵਾਰੀ ਪਤਾ ਨਹੀਂ ਕੀ ਹੋਣਾ। ਲੇਕਿਨ ਜਦੋਂ ਜਿਹੜੇ ਪਾਠਕਾਂ ਨੇ ਪੜ੍ਹਿਆ ਜਾਂ ਜਿਨ੍ਹਾਂ ਨੇ ਗੱਲਬਾਤ ਕੀਤੀ, ਤੇ ਉਹਨਾਂ ਨੇ ਖੁਦ ਜਿਹੜੀਆਂ ਔਰਤ ਸਾਹਿਤਕਾਰਾਂ ਸੀਗੀਆਂ, ਉਹਨਾਂ ਨੇ ਮੈਨੂੰ ਕਿਹਾ ਵੀ ਤੈਨੂੰ ਅਸੀਂ ਮੁਕਤ ਕਰਦੇ ਹਾਂ, ਕਿ ਤੂੰ ਜਦੋਂ ਤੂੰ ਅਗਰ ਔਰਤ ਮਰਦ ਦੇ ਰਿਸ਼ਤਿਆਂ ਬਾਰੇ ਕਹਾਣੀ ਲਿਖੇਂਗਾ ਤੇ ਕੁਦਰਤੀ ਗੱਲ ਹੈ ਕਿ ਉਹਦੇ ਵਿੱਚ ਉਹ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ, ਪਰ ਤੁਹਾਡਾ ਕਹਾਣੀ ਲਿਖਣ ਦਾ ਮੰਤਵ ਕੀ ਹੈ? ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਕਿ ਤੁਸੀਂ ਦੇਹਵਾਦੀ ਕਹਾਣੀਆਂ ਲਿਖਣਾ ਚਾਹੁੰਦੇ ਹੋ ਜਾਂ ਦੇਹਵਾਦੀ ਦੇ ਜ਼ਰੀਏ ਤੁਸੀਂ ਕੁਝ ਸਮੱਸਿਆਵਾਂ ਨੂੰ ਸਾਹਮਣੇ ਲਿਆਉਣਾ ਚਾਹੁੰਦੇ ਹੋ? ਸੋ ਮਾਨਸਿਕਤਾ ਜਿਹੜੀ ਹੈ ਕਹਾਣੀਆਂ ਦੇ ਪਿੱਛੇ, ਉਸ ਨੂੰ ਜਾਣਨ ਦੀ ਜ਼ਰੂਰਤ ਹੁੰਦੀ ਹੈ, ਫਿਰ ਪਤਾ ਲੱਗਦਾ ਹੈ ਕਿ ਕਹਾਣੀ ਦੇਹਵਾਦੀ ਹੈ, ਅਸ਼ਲੀਲਤਾ ਵਾਲੀ ਹੈ ਜਾਂ ਨਹੀਂ। ਜੀ ਜੀ ਸਾਡੇ ਬਹੁਤ ਵੱਡੇ ਜਿਹੜੇ ਕਹਾਣੀਕਾਰ ਹੋਏ ਨੇ, ਸੰਤ ਸਿੰਘ ਸੇਖੋਂ ਹੋਏ ਨੇ, ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ ਹੋਏ ਨੇ, ਪ੍ਰਿੰਸੀਪਲ ਸੁਜਾਨ ਸਿੰਘ ਹੋਏ ਨੇ, ਬਹੁਤ ਉਹਨਾਂ ਨੇ ਪਾਏਦਾਰ ਕਹਾਣੀਆਂ ਲਿਖੀਆਂ ਨੇ। ਅੱਜ ਵੀ ਅਸੀਂ ਜੇ ਉਹਨਾਂ ਦੀ ਕਹਾਣੀ ਮਿਲ ਜੇ, ਆਪਾਂ ਪੜ੍ਹਨ ਤੋਂ ਖੁੰਝਣਾ ਨਹੀਂ ਚਾਹੁੰਦੇ ਹੈਗੇ, ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਇਹੋ ਜਿਹੇ ਕਹਾਣੀਕਾਰ ਅੱਜ ਕੱਲ੍ਹ ਇੱਦਾਂ ਦੀਆਂ ਕਹਾਣੀਆਂ ਸਾਹਮਣੇ ਨਹੀਂ ਆ ਰਹੀਆਂ ਸਾਡੇ। ਨਹੀਂ, ਮੈਂ ਤੁਹਾਡੇ ਨਾਲ ਸਹਿਮਤ ਹੈਗਾ, ਲੇਕਿਨ ਅਗਰ ਤੁਸੀਂ ਕੁਲਵੰਤ ਸਿੰਘ ਵਿਰਕ ਦੀ ਕਹਾਣੀ, ਮੈਨੂੰ ਉਹਦਾ ਨਾਮ ਭੁੱਲ ਰਿਹਾ, ਰਸ ਭਰੀਆਂ ਗੱਲ ਕਰੀਏ ਆਪਾਂ, ਰਸ ਭਰੀਆਂ, ਤੇ ਉਸ ਵੇਲੇ ਕੁਲਵੰਤ ਸਿੰਘ ਵਿਰਕ ਦੀ ਇਸ ਕਹਾਣੀ ਉੱਪਰ ਵੀ ਕਿੰਤੂ ਪਰੰਤੂ ਹੋਈ ਸੀ ਕਿ ਜੀ ਇਹ ਵੀ ਕੀ ਹੈ ਜੀ, ਉਹਦੇ ਵਿੱਚ ਵੀ ਔਰਤ ਮਰਦ ਦੇ ਜਾਇਜ਼ ਨਜਾਇਜ਼ ਰਿਸ਼ਤੇ ਦੇ ਉੱਪਰ ਉਹ ਕਹਾਣੀ ਐਂਡ ਹੁੰਦੀ ਹੈ। ਲੇਕਿਨ ਮੈਨੂੰ ਲੱਗਦਾ ਹੈ ਕਿ ਜਿਸ ਵੇਲੇ ਕੁਲਵੰਤ ਸਿੰਘ ਵਿਰਕ ਹੋਰੀ ਜੀ ਸੀਗੇ ਜਾਂ ਸੰਤ ਸਿੰਘ ਸੇਖੋਂ, ਜਾਂ ਉਹ ਉਸ ਵੇਲੇ ਦੇ ਸਮਾਜ ਦਾ ਜਿਹੜਾ ਅਕਸ ਹੈ ਉਹ ਲੋਕਾਂ ਸਾਹਮਣੇ ਆਪਣੇ ਸਾਹਿਤ, ਆਪਣੀਆਂ ਕਹਾਣੀਆਂ ਰਾਹੀਂ ਲਿਆ ਰਹੇ ਸੀ। ਔਰ ਜਿਹੜਾ ਅੱਜ ਗੱਬੀ ਲਿਖ ਰਿਹਾ ਕਹਾਣੀਆਂ, ਉਹ ਅੱਜ ਦਾ, ਔਰ ਜਿਸ ਮਾਹੌਲ 'ਚ ਉਹ ਰਹਿ ਰਿਹਾ, ਜਿਸ ਮਾਹੌਲ ਨੂੰ ਉਹ ਪਰਖ ਰਿਹਾ, ਦੇਖ ਰਿਹਾ, ਜਿਉ ਰਿਹਾ, ਉਹ ਉਹਨਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੇਰੇ ਖਿਆਲ ਇਹ ਸਾਰਾ ਬਦਲਾਵ ਹਰ ਪਾਸੇ ਆਇਆ, ਫਿਲਮਾਂ ਵਿੱਚ ਵੀ ਆਇਆ। ਉਹ ਫਿਲਮਾਂ ਵਿੱਚ ਵੀ ਜਿਹੜੀਆਂ ਪਹਿਲੀਆਂ ਫਿਲਮਾਂ ਬਣਦੀਆਂ ਸੀਗੀਆਂ ਬੜੀਆਂ ਰੋਮਾਂਟਿਕ ਇਸ ਕਿਸਮ ਦੀਆਂ, ਅੱਜ ਕੱਲ੍ਹ ਤੁਸੀਂ ਦੇਖੋ, ਅੱਜ ਕੱਲ੍ਹ ਗੈਂਗਸ ਆਫ ਵਾਸੇਪੁਰ ਦੀ ਗੱਲ ਕਰੋ ਜਾਂ ਹੋਰ ਇਸ ਤਰ੍ਹਾਂ ਦੀ ਫਿਲਮਾਂ ਕਰੋ, ਮਤਲਬ ਜਿਹੜਾ ਤੁਸੀਂ ਜਿਸ ਸਪੀਡ ਨਾਲ ਚੱਲ ਰਹੇ ਹੋ, ਜਿਸ ਸਮਾਜ ਤੁਸੀਂ ਉੱਠ ਬੈਠ ਰਹੇ ਹੋ, ਤੁਸੀਂ ਉਹੋ ਹੀ ਆਪਣੇ ਫਿਲਮਾਂ ਜਾਂ ਸਾਹਿਤ ਵਿੱਚ ਲੈ ਕੇ ਆਓਗੇ। ਹੁਣ ਸਾਡੇ ਬੜੇ ਕਾਫੀ ਸਾਰੇ ਦੋਸਤ ਹੈ ਜਿਹੜੇ ਪਿੰਡਾਂ ਵਿੱਚ ਰਹਿੰਦੇ ਆ, ਉਹ ਪਿੰਡਾਂ ਵਿੱਚ ਜੋ ਬਦਲਾਵ ਆ ਰਿਹਾ ਉਹ ਆਪਣੀ ਕਹਾਣੀਆਂ ਵਿੱਚ ਉਹ ਲੈ ਕੇ ਆ ਰਹੇ ਆ। ਜਿਹੜੇ ਮੇਰੇ ਕਈ ਸਮਕਾਲੀ ਹੈਗੇ ਆ ਉਹ ਵੀ ਕਰ ਰਹੇ ਆ। ਮੈਂ ਕਿਉਂਕਿ ਪਿੰਡਾਂ ਦਾ ਵੀ ਰਹਿਣ ਵਾਲਾ ਹਾਂ ਤੇ ਪਿਛਲੇ 20-25 ਸਾਲ ਤੋਂ ਮੋਹਾਲੀ, ਚੰਡੀਗੜ੍ਹ ਵਰਗੇ ਸ਼ਹਿਰ 'ਚ ਰਹਿ ਰਹੇ ਹਾਂ, ਤੇ ਮੈਂ ਉੱਥੋਂ ਦਾ ਕਲਚਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਵੀ ਇਹ ਵੀ ਹੋ ਰਿਹਾ। ਲੇਕਿਨ ਇਹ ਨਹੀਂ ਕਿ ਮੇਰੀਆਂ ਸਾਰੀਆਂ ਕਹਾਣੀਆਂ ਮੈਂ ਔਰਤ ਮਰਦ ਦੇ ਰਿਸ਼ਤਿਆਂ ਨੂੰ ਲੈ ਕੇ ਹੀ ਲਿਖਦਾ। ਮੇਰੀ ਇਸ ਨਵੀਂ ਕਿਤਾਬ ਵਿੱਚ ਵੀ ਕਾਫੀ ਸਾਰੀਆਂ ਕਹਾਣੀਆਂ ਹੈਗੀਆਂ ਜਿਹੜੀਆਂ ਹੋਰ ਵਿਸ਼ਿਆਂ ਨੂੰ ਲੈ ਕੇ, ਭਰੂਣ ਹੱਤਿਆ ਨੂੰ ਲੈ ਕੇ, ਜਾਤ ਪਾਤ ਨੂੰ ਲੈ ਕੇ, ਇਸ ਤਰ੍ਹਾਂ ਦੀਆਂ ਕਹਾਣੀਆਂ ਵੀ ਹੈਗੀਆਂ। ਕਿਉਂਕਿ ਅੱਜ ਕੱਲ੍ਹ ਜਿੱਦਾਂ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਜੀ ਜਿਹੜਾ ਸਮਾਜ ਹੈ ਉਹ ਬਹੁਤ ਅੱਗੇ ਜਾ ਰਿਹਾ, ਬੜੀਆਂ ਤਰੱਕੀਆਂ ਕਰ ਗਿਆ, ਲੇਕਿਨ ਅੱਜ ਵੀ ਜਾਤ ਪਾਤ ਦੇ ਲੈ ਕੇ ਉੱਪਰ ਅਣਖ ਖਾਤਰ ਜਿਹੜੀਆਂ ਹੱਤਿਆਵਾਂ ਹੋ ਰਹੀਆਂ, ਇਹ ਸਾਰਾ ਕੁਝ ਹੋ ਰਿਹਾ। ਸੋ ਮੇਰਾ ਖਿਆਲ ਹੈ ਕਿ ਸਾਹਿਤ ਜਿਹੜਾ ਹੈ ਉਹ ਉਸ ਸਮੇਂ ਦਾ ਆਇਨਾ ਹੁੰਦਾ, ਜਿਹੜਾ ਉਹਦਾ ਪਰਛਾਵਾਂ ਹੈ। ਤੁਸੀਂ ਆਪਣੇ ਟੈਕਸਟ ਦੇ ਵਿੱਚ, ਆਪਣੇ ਅੱਖਰਾਂ ਦੇ ਰਾਹੀਂ, ਜਿਹੜੇ ਸ਼ਬਦਾਂ ਦੇ ਰਾਹੀਂ ਤੁਸੀਂ ਕਾਗਜ਼ ਤੇ ਉਤਾਰਦੇ ਹੋ, ਛਪਦਾ ਹੈ, ਪਾਠਕਾਂ ਤੱਕ ਪਹੁੰਚਦਾ ਹੈ। ਪਾਠਕ ਨੂੰ ਕੀ ਚਾਹੀਦਾ? ਤੁਸੀਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਪਾਠਕ ਪੜ੍ਹਨਾ ਕੀ ਚਾਹੁੰਦਾ? ਪਾਠਕ ਜਿਸ ਤਰ੍ਹਾਂ ਜੀ, ਮੈਨੂੰ ਆਪਣੇ ਬਾਰੇ ਤਾਂ ਕਹਿਣਾ ਤਾਂ ਨਹੀਂ ਚਾਹੀਦਾ, ਲੇਕਿਨ ਮੈਨੂੰ ਇਹ ਲੱਗਿਆ ਕਿ ਬਹੁਤੇ ਲੋਕੀ ਜਿਹੜੇ ਆਪਣੀਆਂ ਕਿਤਾਬਾਂ ਨੂੰ ਭੇਂਟ ਕਰਦੇ ਕਿ ਵੀ ਆ ਮੇਰੀ ਕਿਤਾਬ ਛਪੀ ਹੈ, ਤੁਸੀਂ ਪੜ੍ਹੋ। ਔਰ ਜਦੋਂ ਮੇਰੇ ਪਬਲਿਸ਼ਰ ਨੇ ਮੇਰੀਆਂ ਕਿਤਾਬਾਂ ਛਾਪੀਆਂ, ਨੋ ਡਾਊਟ ਕਿ ਪੈਸੇ ਲਏ ਉਹਨਾਂ ਨੇ, ਮੈਂ ਉਹਨਾਂ ਕੋਲੋਂ ਮੈਨੂੰ 150 ਕਿਤਾਬ ਮਿਲੀ। ਔਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਮੈਂ ਫੇਸਬੁੱਕ ਤੇ ਪਾਤਾ ਜੀ, ਜਿੰਨੇ ਮੇਰੀ ਕਿਤਾਬ ਲੈਣੀ ਹੈ ਮੈਂ ਮੁਫਤ ਨਹੀਂ ਦੇਣੀ ਹੈ, ਮੇਰੇ ਅਕਾਊਂਟ 'ਚ ਪੈਸੇ ਜਮ੍ਹਾਂ ਕਰਾਓ ਤੇ ਮੈਂ ਤੁਹਾਨੂੰ ਕਿਤਾਬ ਭੇਜਾਂਗਾ। ਔਰ ਮੈਂ 70 ਕਿਤਾਬਾਂ ਵੇਚਣ 'ਚ ਕਾਮਯਾਬ ਹੋਇਆ। ਵੈਰੀ ਗੁੱਡ। ਔਰ ਇਹ ਚੱਲਣਾ ਚਾਹੀਦਾ। ਸਾਡੇ ਇੱਕ ਇਹ ਵੀ ਸਮੱਸਿਆ ਹੈਗੀ, ਅਸੀਂ ਮੁਫਤ 'ਚ ਕਿਤਾਬਾਂ ਭੇਟਾ ਦਿੰਦੇ ਹਾਂ। ਉਹ ਜਿੱਦਾਂ ਤੁਹਾਨੂੰ ਕਿਸੇ ਨੇ ਭੇਟਾ ਦਿੱਤੀ, ਤੁਸੀਂ ਚੁੱਕ ਕੇ ਆਪਣੇ ਸੈਲਫ 'ਚ ਤੁਸੀਂ ਪੜ੍ਹਦੇ ਹੈ ਨਹੀਂ। ਹੁਣ ਮੇਰੇ ਦੋਸਤ ਜਿਹੜੇ ਆ ਉਹ ਇਸ ਮੇਰੇ ਫੰਕਸ਼ਨ ਤੋਂ ਬਾਅਦ ਲੋਕਾਂ ਨੇ ਹੋਰ, ਮਤਲਬ ਅਗਰ ਤੁਸੀਂ ਚਾਹੋ, ਹਾਲਾਂਕਿ ਆਸਤਾ ਲੋਕੀ ਹੁਣ ਨਾ ਸਕੂਨ ਵਾਲੇ ਪਾਸੇ ਵੀ ਚੱਲ ਰਹੇ ਆ, ਥੋੜ੍ਹਾ ਜਿਹਾ ਲੱਭ ਰਹੇ ਆ। ਜਿਸ ਤਰ੍ਹਾਂ ਅੱਜ ਕੱਲ੍ਹ ਆਪਣੇ ਕਈ ਲੋਕਾਂ ਨੇ ਆਪਣੇ ਬੱਚਿਆਂ ਦੇ ਨਾਂ ਵੀ ਨਾ ਰਾਣੋ ਰੱਖਣਾ ਸ਼ੁਰੂ ਕਰਤਾ, ਪ੍ਰੀਤੋ ਰੱਖਣਾ ਸ਼ੁਰੂ ਕਰਤਾ। ਜਿਹੜਾ ਪਹਿਲਾਂ ਬਦਲਾਵ ਆਇਆ ਸੀ ਜੀ, ਹੈਰੀ, ਗੈਰੀ, ਪੈਰੀ, ਇਹ ਆ ਰਿਹਾ ਬਦਲਾਵ, ਲੇਕਿਨ ਇਹਨੂੰ ਅਜੇ ਟਾਈਮ ਲੱਗੇਗਾ। ਅਜੇ ਅਸੀਂ ਨਾ ਉਹ ਜਿਹਨੂੰ ਕਹਿੰਦੇ ਨਾ, ਅਸੀਂ ਟ੍ਰਾਂਜ਼ਿਟ ਪੀਰੀਅਡ 'ਚੋਂ ਲੰਘ ਰਹੇ ਹਾਂ। ਸਾਡਾ ਕਲਚਰ ਜਿਹੜਾ ਨਾ, ਉਹਨੂੰ ਇਹ ਸਮਝ ਨਹੀਂ ਆ ਰਹੀ, ਸੱਭਿਆਚਾਰ ਨੂੰ, ਸਾਡੇ ਸਮਾਜ ਨੂੰ, ਕਿ ਅਸੀਂ ਕਰੀਏ ਕੀ। ਅੱਗੇ ਵੀ ਵਧਣਾ ਚਾਹੁੰਦੇ ਆ, ਪਿਛਲੇ ਵੀ ਨਹੀਂ ਛੱਡਣਾ ਚਾਹੁੰਦੇ, ਸੋ ਉਹਦੇ ਵਿੱਚ ਗੁਜ਼ਰ ਰਹੇ ਆ। ਗੱਬੀ ਜੀ, ਅਸੀਂ ਤੁਹਾਡੇ ਨਾਲ ਗੱਲ ਕਰਾਂਗੇ। ਸਾਡੇ ਨਾਲ ਇੱਕ ਦਰਸ਼ਕ ਸਾਡੇ ਫੋਨ ਲਾਈਨ ਤੇ ਜੁੜੇ ਹੋਏ ਨੇ, ਪਹਿਲਾਂ ਦੇਖ ਲੈਂਦੇ ਹਾਂ ਅਸੀਂ ਉਹ ਕੀ ਗੱਲ ਕਰਦੇ ਆ। ਹੈਲੋ, ਸਤਿ ਸ੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ, ਕਿੱਥੋਂ ਬੋਲਦੇ ਹੋ? ਸੁਰਿੰਦਰ ਜੀ, ਹਰਜਿੰਦਰ ਬੋਲ ਰਿਹਾ ਬਰੂਡ ਸਾਹਿਬ ਤੋਂ। ਹਰਜਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਕੀ ਗੱਲ ਕਰਨੀ ਚਾਹੁੰਦੇ ਹੋ ਜੀ? ਮੈਂ ਚਾਹੁੰਦਾ ਵੀ ਤੁਹਾਨੂੰ ਵੀ ਯਾਦ ਹੋਵੇਗਾ ਵੀ 9ਵੀਂ 10ਵੀਂ 'ਚ ਪੜ੍ਹਦੇ ਹੁੰਦੇ ਸੀ ਤੇ ਸੀਤਲ ਸਾਹਿਬ ਦਾ ਨਾਵਲ ਹੁੰਦਾ ਸੀ ਤੂਤਾਂ ਵਾਲਾ ਖੂਹ। ਹਾਂਜੀ। ਕਿੰਨਾ ਚਿਰ ਹੋ ਗਿਆ, ਮੇਰੇ ਖਿਆਲ ਮੈਨੂੰ 15 ਸਾਲ ਹੋ ਗਏ ਨੇ ਪੜ੍ਹਾਈ ਪੂਰੀ ਕੀਤੀ ਨੂੰ, ਤੇ ਅੱਜ ਵੀ ਉਹ ਕਈ ਵਾਰੀ ਜੀ ਕਰਦਾ ਕਿ ਉਹਨੂੰ ਦੁਬਾਰਾ ਪੜ੍ਹੀਏ ਫੇਰ।
ਬਿਲਕੁਲ ਜੀ। ਇਸ ਤਰ੍ਹਾਂ ਵੀ ਜਿਹੜੀਆਂ ਕਿਤਾਬਾਂ ਦੇ ਵਿੱਚ ਜਿਹੜੀ ਚੀਜ਼ ਲਿਖੀ ਆ, ਜਦੋਂ ਅਸੀਂ ਪੜ੍ਹਦੇ ਹਾਂ ਤੇ ਅਸੀਂ ਪਹਿਲਾਂ ਤੇ ਇਹ ਵੇਖਦੇ ਹਾਂ ਵੀ ਸਾਡੇ ਤੇ ਕਿੰਨੀ ਕੁ ਟੁੱਕਦੀ ਆ, ਫਿਰ ਉਹਦੇ ਤੋਂ ਸਿਰ ਕੀ ਮਿਲਦੀ ਆ, ਜਿਹੜਾ ਲੇਖਕ ਆ ਉਹ ਕੀ ਕਹਿਣਾ ਚਾਹੁੰਦਾ ਹੈ। ਬਾਰ-ਬਾਰ ਉਹਨੂੰ ਪੜ੍ਹ ਕੇ ਫਿਰ ਉਹਦੇ ਚੋਂ ਜਿਹੜਾ ਫਿਲਮਾਂ ਦੇ ਵਿੱਚ ਵਿਖਾਇਆ ਜਾਂਦਾ ਉਹ ਚੀਜ਼ ਹੈ ਵੀ ਉਹ ਮਜ਼ਾ ਨਹੀਂ ਦਿੰਦੀ ਜਿਹੜੀ ਕਿਤਾਬਾਂ ਦੇ ਵਿੱਚ। ਜਿਹੜਾ ਪੜ੍ਹਦਾ ਉਹਨੂੰ ਇਸ ਚੀਜ਼ ਦਾ ਪਤਾ, ਜਿਹਨੇ ਪੜ੍ਹਿਆ ਨਹੀਂਗਾ, ਉਹ ਸ਼ਾਇਦ ਪੜ੍ਹਦਾ ਨਹੀਂਗਾ, ਉਹ ਇਸ ਚੀਜ਼ ਬਾਰੇ ਨਹੀਂ ਜਾਣਦਾ, ਬਹੁਤ ਘੱਟ ਆ। ਜੇ ਹੌਲੀ ਹੌਲੀ ਮਤਲਬ ਕੋਸ਼ਿਸ਼ ਹੁੰਦੀ ਰਵੇ, ਲੋਕ ਪੜ੍ਹਨਗੇ, ਜਿਹੜੇ ਪੜ੍ਹਦੇ ਆ ਉਹ ਜ਼ਰੂਰ ਪੜ੍ਹਦੇ ਆ। ਇਹ ਨਹੀਂ ਗੱਲ ਕਹਿਣ ਦਾ ਕਿ ਅੱਜ ਬਹੁਤ ਘੱਟ ਜ਼ਰੂਰ ਗਏ ਨੇ, ਪਰ ਇਹ ਨਹੀਂ ਵੀ ਸ਼ਾਇਦ ਪੜ੍ਹਨ ਵਾਲੇ ਖਤਮ ਨਹੀਂ ਹੋ ਗਏ। ਲਿਖਣ ਵਾਲੇ ਪੜ੍ਹਨ ਵਾਲੇ ਵੀ ਬਹੁਤ ਨੇ ਜੀ। ਬਹੁਤ ਬਹੁਤ ਮਿਹਰਬਾਨੀ। ਹਰਜਿੰਦਰ ਜੀ, ਬਹੁਤ ਤੁਸੀਂ ਹਾਂ ਪੱਖੀ ਗੱਲ ਕੀਤੀ ਹੈ, ਤੁਹਾਨੂੰ ਸਲਾਮ ਹੈ। ਬਹੁਤ ਅਗਾਂਹ ਵਧੂ ਵਿਚਾਰਾਂ ਦੇ ਬੰਦੇ ਨੇ ਜੀ ਇਹ। ਹਰਜਿੰਦਰ ਸਿੰਘ ਇਹਨਾਂ ਨੇ ਕਿਹਾ ਕਿ ਪਾਠਕ ਨਹੀਂ ਘਟਿਆ ਹੈਗਾ। ਨਹੀਂ, ਕਹਿੰਦੇ ਪਾਠਕ ਖਤਮ ਨਹੀਂ ਹੋਇਆ, ਪਰ ਪਾਠਕ ਘਟਿਆ। ਇਹਦੇ ਵਿੱਚ ਪਤਾ, ਇਹਦੇ ਵਿੱਚ ਇਹ ਵੀ ਕਾਰਨ ਹੈ। ਕਾਰਨ ਇਹ ਨਹੀਂ ਹੈ ਕਿ ਚੰਗਾ ਸਾਹਿਤ ਨਹੀਂ ਲਿਖਿਆ ਜਾ ਰਿਹਾ ਜਾਂ ਚੰਗੀਆਂ ਕਹਾਣੀਆਂ ਨਹੀਂ ਲਿਖੀਆਂ ਜਾ ਰਹੀਆਂ। ਬਹੁਤ ਵਧੀਆ ਕਹਾਣੀਆਂ ਲਿਖੀਆਂ ਜਾ ਰਹੀਆਂ। ਸਾਡੇ ਕੋਲ ਅਜੇ ਮੋਹਨ ਭੰਡਾਰੀ ਜੀ ਹੈਗੇ ਆ, ਸਾਡੇ ਕੋਲ ਨਵੇਂ ਮੁੰਡੇ ਜਿਹੜੇ ਹੈ ਜਤਿੰਦਰ ਹਾਂਸ ਹੈ, ਜਸਵੀਰ ਰਾਣਾ ਹੈਗਾ, ਜਾਂ ਜਿੰਦਰ ਜੀ ਹੈਗੇ ਆ। ਸਾਡੇ ਕੋਲ ਬਜ਼ੁਰਗ ਕਹਾਣੀਕਾਰ ਸਾਡੇ ਮੋਹਨ ਭੰਡਾਰੀ ਹੋਰੀ ਵੀ ਅਜੇ ਕੰਮ ਕਰ ਰਹੇ ਆ, ਗੁਲ ਚੌਹਾਨ ਹੋਰੀ ਕਹਾਣੀਆਂ ਲਿਖ ਰਹੇ ਆ, ਔਰ ਹੋਰ ਵੀ ਕਾਫੀ ਸਾਰੇ ਸਾਹਿਤਕਾਰ ਹੈ। ਦੇਸਰਾਜ ਕਾਲੀ ਹੈ, ਭਗਵੰਤ ਰਸੂਲਪੁਰੀ ਹੈ, ਅੱਛਾ ਕਰ ਰਹੇ, ਲਿਖ ਰਹੇ ਹੈ। ਔਰ ਐਸੀ ਵੀ ਗੱਲ ਨਹੀਂ ਹੈ, ਮੇਰੀ ਪਿੱਛੇ ਜੀ ਇੱਕ ਕਹਾਣੀ ਛਪ ਗਈ ਸੀ ਇੱਕ ਰਸਾਲੇ ਵਿੱਚ, ਤੇ ਬੜਾ ਹੱਲਾ ਗੁੱਲਾ ਹੋਇਆ। ਉਹ ਹੱਲਾ ਗੁੱਲਾ ਹੋਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਕਿਸੇ ਨੇ ਪੜ੍ਹਿਆ ਤੇ ਇਸ ਕਰਕੇ ਹੱਲਾ ਗੁੱਲਾ ਹੋਇਆ। ਲੇਕਿਨ ਇਹਦੇ ਵਿੱਚ ਕਾਰਨ ਇਹ ਨਹੀਂ ਹੈ ਕਿ ਸਾਹਿਤ ਚੰਗਾ ਨਹੀਂ ਲਿਖਿਆ ਜਾ ਰਿਹਾ ਜਾਂ ਵਧੀਆ ਨਹੀਂ ਲਿਖਿਆ ਜਾ ਰਿਹਾ। ਹਾਣ ਦਾ ਸਾਹਿਤ ਹੈ, ਪੰਜਾਬੀ ਕਹਾਣੀ ਜਿਹੜੀ ਹੈ ਉਹ ਵੀ ਵਰਲਡ ਲੈਵਲ ਦੇ ਉੱਪਰ, ਸੰਸਾਰ ਲੈਵਲ ਦੇ ਉੱਪਰ ਲਿਖੀ ਜਾ ਰਹੀ ਹੈ ਔਰ ਲੋਕੀ ਪੜ੍ਹ ਰਹੇ ਹੈ। ਲੇਕਿਨ ਉਹਦਾ ਰੁਝਾਨ ਘਟਣ ਦਾ ਕਾਰਨ ਇਹ ਨਹੀਂ ਹੈ। ਰੁਝਾਨ ਘਟਣ ਦਾ ਕਾਰਨ ਇਹ ਹੈਗਾ ਕਿ ਤੁਹਾਡੇ ਕੋਲ ਆਪਸ਼ਨ ਬਹੁਤ ਜ਼ਿਆਦਾ ਆ ਗਈਆਂ, ਤੁਹਾਡੇ ਕੋਲ ਹੋਰ ਕਾਫੀ ਕੁਝ ਆ ਗਿਆ। ਹਾਂ ਬਿਲਕੁਲ। ਸਾਡੇ ਨਾਲ ਇੱਕ ਹੋਰ ਸਾਡੇ ਕਾਲਰ ਜੁੜੇ ਹੋਏ ਨੇ। ਹੈਲੋ ਸੁਰਿੰਦਰ ਸਾਹਿਬ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਹੁਕਮ ਕਰੋ, ਕੀ ਗੱਲ ਕਰਨੀ ਚਾਹੁੰਦੇ ਹੋ? ਸਰ ਜੀ, ਦਰਸ਼ਨ ਤੋਂ ਬੋਲਦਾ ਹੰਡਾਇਆ ਤੋਂ ਜੀ। ਹਾਂਜੀ ਦਰਸ਼ਨ ਜੀ। ਹਾਂਜੀ ਸਰ ਜੀ, ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਜਦੋਂ ਮੈਂ 1987 ਚ ਮੈਟਰਿਕ ਕੀਤੀ ਆ, ਦੇਖੋ ਜੀ, ਅੰਮ੍ਰਿਤਾ ਪ੍ਰੀਤਮ ਜੀ, ਬਾਬਾ ਬਲਵੰਤ ਜੀ, ਦੀਵਾਨ ਸਿੰਘ ਕਾਲੇ ਪਾਣੀ, ਮਤਲਬ ਬਹੁਤ ਹੀ ਉੱਘੇ ਕਲਾ ਆਪਣੇ ਰਾਈਟਰ ਹੁੰਦੇ ਸੀਗੇ ਆਪਣੇ ਪੰਜਾਬੀ ਦੇ। ਹਾਂਜੀ। ਉਹਨੇ ਕਵਿਤਾਵਾਂ ਜਿਵੇਂ ਬਾਈ ਜੀ ਨੂੰ ਹੁਣੇ ਗੱਲ ਕੀਤੀ, ਤੂਤਾਂ ਵਾਲਾ ਖੂਹ, ਹਾਂਜੀ, ਬਰਫ਼ ਦੀ ਅੱਗ, ਓਪਰਾ ਮਰਦ, ਮਤਲਬ ਨਾਵਲ ਬਹੁਤ ਹੀ ਸੋਹਣੇ ਹੁੰਦੇ ਸੀ। ਮਤਲਬ ਜੀ ਮਹਿੰਦਰ ਸਿੰਘ ਜੋਸ਼ੀ ਵਗੈਰਾ ਹੁੰਦੇ ਸੀ। ਬਿਲਕੁਲ ਜੀ, ਬਿਲਕੁਲ। ਜਿਹੜੇ ਅੱਜ ਦਾ ਮਤਲਬ ਆਪਣਾ ਲਿਖਾਰੀ ਆ ਜੀ, ਇਹ ਵਪਾਰੀ ਕਰਨ ਵੱਲ ਵੱਧ ਧਿਆਨ ਦੇ ਰਿਹਾ, ਨਾ ਕਿ ਸਾਹਿਤ ਵੱਲ ਜੀ। ਹੈ ਜੀ। ਹਾਂਜੀ। ਕੋਈ ਵਿਆਕਰਨ ਦੀ ਗੱਲ ਨਹੀਂ ਕਰਦਾ, ਕੋਈ ਅਲੰਕਾਰਾਂ ਦੀ ਗੱਲ ਨਹੀਂ ਕਰ ਰਿਹਾ ਜੀ, ਕੋਈ ਮਤਲਬ ਧੂੜ ਚ ਲੱਟੂ ਡਾਈ ਜਾਂਦਾ ਜੀ। ਮਤਲਬ ਇਹੀ ਕਹਿਣਾ ਚਾਹੁੰਦਾ ਜੀ ਮੈਂ। ਦਰਸ਼ਨ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਆਪਣੇ ਦਿਲ ਦੀ ਗੱਲ ਕੀਤੀ, ਜੋ ਤੁਸੀਂ ਮਹਿਸੂਸ ਕਰਦੇ ਹੋ ਪੰਜਾਬੀ ਕਹਾਣੀ ਬਾਰੇ ਉਹ ਤੁਸੀਂ ਸਾਨੂੰ ਦੱਸਿਆ, ਦਰਸ਼ਕਾਂ ਨਾਲ ਸਾਂਝੇ ਕੀਤੇ ਆਪਣੇ ਵਿਚਾਰ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਪੰਜਾਬੀ ਦੇ ਜੇ ਪਾਠਕ ਘਟੇ ਨੇ ਤਾਂ ਲੇਖਕ ਵੀ ਘਟੇ ਨੇ। ਲੇਖਕ ਉਹੀ ਗੱਲ ਹੈ, ਜਿਹੜੇ ਹੈਗੇ ਨੇ ਉਹਨਾਂ ਚੋਂ ਬਹੁਤੇ ਉਹ ਧੂੜ ਚ ਟੱਟੂ ਛੱਡਣ ਵਾਲੇ, ਜਿਵੇਂ ਸਾਡੇ ਕਾਲਰ ਨੇ ਹੁਣੇ ਗੱਲ ਕੀਤੀ ਸੀ, ਉਹ ਕਿਤੇ ਨਾ ਕਿਤੇ ਉਹ ਆਪਣੇ ਜਿਹੜੇ ਨੰਬਰ ਆਫ ਜਿਹੜੀ ਕੁਆਂਟੀਟੀ ਵਧਾਉਣ ਦੇ ਵਿੱਚ ਯਕੀਨ ਰੱਖਦੇ ਨੇ। ਜੀ ਜੀ ਜੀ। ਕੁਆਲਿਟੀ ਪ੍ਰੋਡਕਟ ਨਹੀਂ ਆ ਰਿਹਾ ਹੈਗਾ। ਇਹਦਾ ਕੁਝ ਕਾਰਨ ਹੈ, ਜਿੱਦਾਂ ਪਿੱਛੇ ਜੀ ਕੁਝ ਜਿਹੜੇ ਵੱਡੇ ਵੱਡੇ ਸਨਮਾਨ ਮਿਲੇ ਜਾਂ ਅਵਾਰਡ ਦਿੱਤੇ ਗਏ, ਉਹਦੇ ਉੱਪਰ ਬੜੀ ਕਿੰਤੂ ਪਰੰਤੂ ਹੋਈ ਹੈ ਕਿ ਵੀ ਇਹਦੇ ਵਿੱਚ ਬੜੀ ਭਾਈਬੰਦੀ ਚੱਲਦੀ ਹੈ, ਇੱਦਾਂ ਹੋ ਰਿਹਾ ਉੱਦਾਂ ਹੋ ਰਿਹਾ। ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਸੱਚ ਛੁਪਿਆ ਹੋਏਗਾ ਸ਼ਾਇਦ। ਔਰ ਉਹਦੇ ਵਿੱਚ ਇਹ ਵੀ ਹੁੰਦਾ, ਜਿਸ ਤਰ੍ਹਾਂ ਅਗਰ ਤੁਹਾਡੀ ਕਿਸੇ ਕਿਤਾਬ ਨੂੰ ਸਾਹਿਤ ਅਕਾਡਮੀ ਅਵਾਰਡ ਮਿਲਦਾ ਹੈ, ਔਰ ਅਗਰ ਉਹ ਕਿਤਾਬ ਫਿਰ ਐਜ਼ ਪਰ ਜਿਹੜਾ ਤਰੀਕਾ ਹੈਗਾ ਵੀ ਉਸ ਕਿਤਾਬ ਨੂੰ ਸਾਰੀਆਂ ਜਿਹੜੀਆਂ ਭਾਰਤੀ ਭਾਸ਼ਾਵਾਂ ਉਹਦੇ ਵਿੱਚ ਛਾਪਿਆ ਜਾਂਦਾ ਔਰ ਉਹਦੇ ਨਾਲ ਸਕੂਲਾਂ ਕਾਲਜਿਸ ਜਾਂ ਯੂਨੀਵਰਸਿਟੀ ਨੂੰ ਕੁਝ ਉਹਦੇ ਚੋਂ ਦਿੱਤਾ ਜਾਂਦਾ ਹੈ। ਉਹਦਾ ਥੋੜਾ ਜਿਹਾ ਬੁਰਾ ਅਸਰ ਵੀ ਪੈਂਦਾ ਹੈ, ਕਿਉਂਕਿ ਅਗਰ ਤੁਸੀਂ ਇਹ ਜਿਹੜੀਆਂ ਜਥੇਬੰਦੀਆਂ ਹੈਗੀਆਂ ਜਾਂ ਜਿਹੜੀਆਂ ਭਾਈਬੰਦੀਆਂ, ਉਹਦੇ ਤਹਿਤ ਅਗਰ ਤੁਸੀਂ ਇਸ ਤਰ੍ਹਾਂ ਡਿਸੀਜਨ ਲੈਂਦੇ ਹੋ, ਇਸ ਤਰ੍ਹਾਂ ਨਿਰਣੇ ਲੈਂਦੇ ਹੋ ਕਿ ਤੁਸੀਂ ਉਹ ਕਿਤਾਬ ਜਿਹੜੀ ਉਸ ਲੈਵਲ ਦੀ ਨਹੀਂ ਹੈ ਤੇ ਤੁਸੀਂ ਉਹਨੂੰ ਇਨਾਮ ਦਿੰਦੇ ਹੋ, ਉਹਦਾ ਬੁਰਾ ਅਸਰ ਪੈਂਦਾ ਹੈ। ਇਸੇ ਵਿਸ਼ੇ ਤੇ ਆਪਾਂ ਇੱਕ ਮਹੱਤਵਪੂਰਨ ਮੇਰੇ ਜਿਹੜਾ ਸਵਾਲ ਹੈ ਦਿਮਾਗ ਦੇ ਵਿੱਚ ਆਇਆ ਹੁਣੇ ਪਹਿਲਾਂ ਕਾਲਰ ਦੀ ਆਪਾਂ ਗੱਲ ਸੁਣ ਲਈ, ਸਾਡੇ ਨਾਲ ਜੁੜੇ ਹੋਏ ਨੇ, ਉਸ ਤੋਂ ਬਾਅਦ ਮੈਂ ਗੱਲ ਕਰਾਂਗਾ ਤੁਹਾਡੇ ਨਾਲ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ, ਕਿੱਥੋਂ ਬੋਲਦੇ ਹੋ? ਹਾਂਜੀ, ਸੁਲਤਾਨਪੁਰ ਲੋਧੀ ਤੋਂ ਮੈਂ ਭਗਤ ਅਸ਼ਵਨੀ ਕੁਮਾਰ ਸ਼ੌਂਕੀ ਬੋਲਦਾ ਸਰ। ਹਾਂਜੀ, ਹੁਕਮ ਕਰੋ ਜੀ। ਸਰ, ਬਹੁਤ ਹੀ ਵਧੀਆ ਤੁਸੀਂ ਡੇ-ਨਾਈਟ ਨਿਊਜ਼ ਵਿਸ਼ਾ ਲੈ ਕੇ ਆਉਂਦਾ, ਔਰ ਪਾਠਕਾਂ ਬਾਰੇ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਅੱਜ ਕੱਲ੍ਹ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਰਹੀ ਨਹੀਂ। ਮੰਨ ਲਓ ਵੀ ਜਿਸ ਤਰ੍ਹਾਂ ਅੱਜ ਕੱਲ੍ਹ ਦਾ ਸਮਾਂ ਚੱਲ ਰਿਹਾ ਹੈ, ਕੋਈ ਇਸ ਤਰ੍ਹਾਂ ਦੀ ਚਾਹੀਦੀ ਇਹਨਾਂ ਨੂੰ ਕੋਈ ਲੇਖਕ ਬਾਰੇ ਕੋਈ ਜਨਤਾ ਨੂੰ ਸਮਝਾਉਣਾ, ਕੋਈ ਇਸ ਤਰ੍ਹਾਂ ਦੀਆਂ ਕਹਾਣੀਆਂ ਇਹਨਾਂ ਨੂੰ ਕਰਨੀਆਂ ਚਾਹੀਦੀਆਂ। ਹਾਂਜੀ, ਤੁਹਾਡਾ ਸ਼ੌਕੀ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਗੱਲਬਾਤ ਕੀਤੀ।
ਪਸੰਦ ਕਰਦੇ ਹੋ ਪ੍ਰੋਗਰਾਮ ਨੂੰ, ਇਸ ਲਈ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੇਰੇ ਜਿਹੜਾ ਸਵਾਲ ਦਿਮਾਗ 'ਚ ਆਇਆ ਸੀ ਉਹ ਇਹ ਹੈਗਾ ਕਿ ਅਲੱਗ-ਅਲੱਗ ਯੂਨੀਵਰਸਿਟੀਆਂ ਨੇ, ਉਹਨਾਂ ਦੇ ਪੰਜਾਬੀ ਵਿਭਾਗ ਨੇ, ਉਹਨਾਂ ਦੇ ਨਾਲ ਪੰਜਾਬੀ ਲੇਖਕ ਜੁੜੇ ਹੋਏ ਨੇ ਆਪਣੇ ਤੌਰ 'ਤੇ। ਇੱਕ ਦਿੱਲੀ ਦੀ ਲੌਬੀ ਅਲੱਗ ਹੈ, ਉੱਥੇ ਬਹੁਤ ਕੁਝ ਹੋ ਰਿਹਾ। ਇਹ ਜਿਹੜੀ ਇਸ ਤਰ੍ਹਾਂ ਹੋ ਰਿਹਾ, ਇਹ ਪੰਜਾਬੀ ਕਹਾਣੀ ਲਈ, ਪੰਜਾਬੀ ਪਾਠਕਾਂ ਲਈ, ਪੰਜਾਬੀ ਸਾਹਿਤ ਲਈ ਕਿੰਨਾ ਕੁ ਨੁਕਸਾਨਦੇਹ ਹੈ ਤੇ ਕਿੰਨਾ ਕੁ ਫਾਇਦੇਮੰਦ? ਬਹੁਤ ਜ਼ਿਆਦਾ ਫਾਇਦਾ ਤਾਂ ਕੋਈ ਇਹਦਾ ਹੈ ਹੀ ਨਹੀਂ ਹੈ। ਇਹ ਸਭ ਜਦੋਂ ਅਸੀਂ ਨਾ ਵੰਡ ਦਿੰਦੇ ਆ, ਆ ਜੀ ਪ੍ਰਵਾਸੀ ਸਾਹਿਤ ਹੈ, ਆ ਜੀ ਫਲਾਣਾ ਦਲਿਤ ਸਾਹਿਤ ਹੈ, ਆ ਜੀ ਦਿੱਲੀ ਵਾਲੇ ਵੱਖਰਾ ਹੈਗਾ, ਉਹਦੀ ਵਜ੍ਹਾ ਨਾਲ ਸਾਰੀ ਪ੍ਰੋਬਲਮ ਆ ਰਹੀ ਹੈ। ਯੂਨੀਵਰਸਿਟੀਆਂ ਵਿੱਚ ਜਿਹੜਾ ਕੰਮ ਹੋ ਰਿਹਾ ਜਾਂ ਇਹ ਮਤਲਬ ਜਿਹੜੀ ਆ ਧੜੇਬੰਦੀ ਹੈ ਨਾ, ਜਾਂ ਜਿਹੜੀ ਇੱਕ ਪੱਖਪਾਤੀ ਕੰਮ ਚੱਲਿਆ ਹੋਇਆ ਵੀ ਤੁਸੀਂ ਅਗਰ ਕਿਸੇ ਨੂੰ ਅਸਮਾਨ 'ਤੇ ਚੜ੍ਹਾਉਣਾ ਤੇ ਤੁਸੀਂ ਉਹਦਾ ਬਸ ਉਹਨੂੰ ਉਹਦੇ ਫੰਕਸ਼ਨ ਕਰੀ ਜਾਓ, ਉਹਦੇ ਉੱਪਰ ਉਹਨੂੰ ਕਿਤਾਬ ਨੂੰ ਕਹਿ ਦਿਓ ਵੀ ਇਸ ਤਰ੍ਹਾਂ ਦਾ ਕੋਈ ਸ਼ਾਹਕਾਰ ਹੈ ਹੀ ਨਹੀਂ ਹੈ, ਔਰ ਅਗਰ ਕੋਈ ਥੋੜ੍ਹਾ ਬਹੁਤਾ ਉਹਦੇ ਵਿਰੁੱਧ ਕੁਝ ਬੋਲਦਾ ਤਾਂ ਉਹਨੂੰ ਤੁਸੀਂ ਟੋਟਲੀ ਬਾਹਰ ਕਰ ਦਿਓ। ਪੰਜਾਬੀ ਦੇ ਕਿਸੇ ਲੇਖਕ ਨੂੰ ਆਪਣੀ ਕਹਾਣੀ ਨੂੰ ਇਨਾਮ ਦਿਵਾਉਣ ਲਈ ਜਾਂ ਸਾਹਿਤ ਅਕਾਦਮੀ ਦਾ ਪੁਰਸਕਾਰ ਦਿਵਾਉਣ ਦੇ ਲਈ ਦਿੱਲੀ ਵਾਲੇ ਜਿਹੜੀ ਲੌਬੀ ਆ ਉਹਦੇ ਪੈਰ ਫੜਨੇ ਪੈਂਦੇ ਨੇ। ਕਿੱਥੋਂ ਤੱਕ ਸੱਚ ਹੈ ਇਹ ਸੁਣਿਆ ਜਾ ਰਿਹਾ ਹੈ ਕਿ ਇਦਾਂ ਹੀ ਹੋ ਰਿਹਾ ਪਿਛਲੇ ਕਾਫੀ ਸਮੇਂ ਤੋਂ। ਇਸੇ ਕਰਕੇ ਜਿਹੜੇ ਇਸ ਤਰ੍ਹਾਂ ਦੇ ਦਿੱਲੀ ਵਾਲੇ ਵੱਡੇ ਵੱਡੇ ਇਨਾਮ ਹੈਗੇ ਆ, ਉਹਨਾਂ ਦੀ ਚੋਣ ਉੱਪਰ ਪ੍ਰਸ਼ਨ ਖੜੇ ਹੋ ਰਹੇ ਆ। ਲੋਕੀ ਪੁੱਛਦੇ ਹੈ ਕਿ ਵੀ ਉਹ ਫਲਾਣੇ ਬੰਦੇ ਨੇ ਫਲਾਣੇ ਦੀ ਸੇਵਾ ਕੀਤੀ ਜੀ, ਉਹ ਇਦਾਂ ਕਰਕੇ ਹੋ ਗਿਆ, ਉਹਨੇ ਉਹਦੇ ਬੇਟੇ ਦਾ ਬਰਥਡੇ ਮਨਾਤਾ ਜੀ, ਉਹਨੇ ਇਦਾਂ ਕਰਤਾ, ਉਹਨੇ ਫਲਾਣੇ ਜਿਹੜਾ ਕਮੇਟੀ ਦਾ ਮੈਂਬਰ ਸੀਗਾ, ਜਿਹੜੇ 3 ਮੈਂਬਰ ਹੁੰਦੇ ਆ ਸ਼ਾਇਦ ਸਾਹਿਤ ਅਕਾਦਮੀ ਦੇ, ਕਿ ਉਹਨੇ ਫਲਾਣੇ ਮੈਂਬਰ ਨੂੰ ਜੀ ਇੰਨੇ ਪੈਸੇ ਦੇ ਦਿੱਤੇ, ਗਿਫਟ ਦੇ ਦਿੱਤੇ, ਇਸ ਕਰਕੇ ਮਿਲਿਆ। ਔਰ ਕਿਤੇ ਨਾ ਕਿਤੇ ਜਿਹਦੇ ਪਿੱਛੇ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਕਹਿ ਰਹੀ, ਪਹਿਲਾਂ ਕੁਝ ਕਿਤਾਬਾਂ ਚੁਣੀਆਂ ਗਈਆਂ ਪਿਛਲੇ ਕੁਝ ਸਾਲਾਂ ਦੇ ਵਿੱਚ, ਉਹਨਾਂ ਉੱਪਰ ਬਹੁਤ ਜ਼ਿਆਦਾ ਸਵਾਲ ਖੜੇ ਹੋਏ ਆ, ਹੋ ਵੀ ਰਹੇ ਆ ਕਿ ਇਹਦਾ ਕੀ ਹੋਏਗਾ ਕਿ ਅਗਰ ਤੁਹਾਡਾ ਜਿਹੜਾ ਅੱਛਾ ਸਾਹਿਤ ਹੈ, ਅਗਰ ਉਹ ਬਾਹਰ ਨਹੀਂ ਜਾਏਗਾ, ਬਾਕੀ ਭਾਸ਼ਾਵਾਂ ਵਾਲੇ ਜਦੋਂ ਪੜ੍ਹਨਗੇ ਕਿ ਜਿਹੜਾ ਬਹੁਤ ਹੀ ਨਿਮਨ ਸਤਰ ਦਾ ਹੈਗਾ, ਉਹ ਕਹਿਣਗੇ ਵੀ ਅੱਛਾ ਜੀ ਪੰਜਾਬੀ ਵਿੱਚ ਆਹ ਕਵਿਤਾ ਲਿਖੀ ਜਾ ਰਹੀ ਹੈ, ਪੰਜਾਬੀ ਵਿੱਚ ਆਹ ਕਹਾਣੀ ਲਿਖੀ ਜਾ ਰਹੀ ਹੈ, ਪੰਜਾਬੀ ਵਿੱਚ ਆਹ ਨਾਵਲ ਲਿਖਿਆ ਜਾ ਰਿਹਾ ਹੈ। ਇਸ ਕਰਕੇ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੈ। ਔਰ ਇਹ ਨੁਕਸਾਨ ਇਹਦਾ ਇੱਕੋ ਹੀ ਤਰੀਕਾ ਹੈਗਾ, ਇਸੇ ਕਰਕੇ ਸ਼ਾਇਦ ਲੇਖਕਾਂ ਦੀ ਵੀ ਗਿਣਤੀ ਘਟ ਰਹੀ ਹੈ, ਘਟ ਰਹੀ ਹੈ, ਔਰ ਪਾਠਕਾਂ ਦੀ ਵੈਸੇ ਹੀ ਘਟ ਰਹੀ ਹੈ ਕਿ ਅਗਰ ਤੁਹਾਡਾ ਇਨਾਮ ਜੇਤੂ ਕਿਤਾਬ ਦਾ ਇਹ ਹਾਲ ਹੈ ਤੇ ਬਾਕੀ ਪਤਾ ਨਹੀਂ ਕੀ ਹੋਏਗਾ। ਸਾਡੇ ਨਾਲ ਕਾਲਰ ਜੁੜੇ ਹੋਏ ਨੇ ਗੱਬੀ ਸਾਹਿਬ, ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਸਾਡੇ ਰੱਬ ਵਰਗੇ ਹੁੰਦੇ ਨੇ ਸਾਡੇ ਲਈ, ਸਾਡੇ ਜਿਹੜੇ ਦਰਸ਼ਕ ਨੇ। ਹੈਲੋ ਸਤਿ ਸ੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ, ਕਿੱਥੋਂ ਬੋਲਦੇ ਹੋ? ਹਾਂਜੀ ਸਤਿ ਸ੍ਰੀ ਅਕਾਲ ਜੀ, ਨਵਰਿੰਦਰ ਸਿੰਘ ਫਾਜ਼ਿਲਕਾ ਤੋਂ ਬੋਲਦਾ। ਹਾਂਜੀ ਹੁਕਮ ਕਰੋ ਸਰ, ਕੀ ਗੱਲ ਕਰਨੀ ਚਾਹੁੰਦੇ ਹੋ? ਹਾਂਜੀ ਸਰ, ਮੈਂ ਜਿਹੜੀਆਂ ਕਹਾਣੀਆਂ ਦੀ ਕਿਤਾਬਾਂ ਆਉਣੀਆਂ, ਇਹ ਸਹੀ ਇਤਿਹਾਸ। ਹੈਲੋ ਹਾਂਜੀ ਹਾਂਜੀ ਤੁਸੀਂ ਬੋਲਦੇ ਰਹੋ। ਹਾਂਜੀ, ਜਿਹੜਾ ਇਤਿਹਾਸ ਹੈ ਜੀ, ਇਹ ਆਪਣੇ ਵੀ ਪਹੁੰਚਦਾ ਨਹੀਂ ਗਾ ਸਹੀ, ਵੀ ਜਿਨ੍ਹਾਂ ਦੇ ਹੱਥਾਂ 'ਚ ਪਹੁੰਚਣਾ ਚਾਹੀਦਾ ਇਹ। ਹੈਲੋ ਹਾਂਜੀ ਹਾਂਜੀ ਤੁਸੀਂ ਗੱਲ ਕਰਦੇ ਰਹੋ ਆਪਣੀ। ਹਾਂਜੀ, ਜਿਹੜਾ ਇਤਿਹਾਸ ਹੈ ਪਹੁੰਚਦਾ ਨਹੀਂ ਸਹੀ ਹੱਥਾਂ 'ਚ। ਹੁਣ ਹਾਂਜੀ, ਗੱਲ ਇਸ ਤਰ੍ਹਾਂ ਕਿ ਇਹ ਇਤਿਹਾਸ ਹੱਥਾਂ ਤੱਕ ਕਿਵੇਂ ਪਹੁੰਚਣਾ ਹੁੰਦਾ, ਇਹ ਇੱਕ ਬੁੱਕ ਸ਼ਾਪ ਹੁੰਦੀਆਂ ਨੇ, ਕਿਤਾਬਾਂ ਦੀਆਂ ਜਿਹੜੀਆਂ ਹੁੰਦੀਆਂ ਨੇ ਦੁਕਾਨਾਂ ਹੁੰਦੀਆਂ ਨੇ, ਜਾਂ ਸਾਡੇ ਲਾਇਬ੍ਰੇਰੀਆਂ ਨੇ, ਸੈਂਟਰ ਸਟੇਟ ਲਾਇਬ੍ਰੇਰੀਜ਼ ਹੈਗੀਆਂ ਨੇ, ਸਕੂਲਾਂ ਕਾਲਜਾਂ ਦੇ ਵਿੱਚ ਲਾਇਬ੍ਰੇਰੀਆਂ ਹੈਗੀਆਂ ਨੇ, ਜਾਂ ਅਖਬਾਰਾਂ ਦੇ ਜ਼ਰੀਏ ਉਹਨਾਂ ਕਿਤਾਬਾਂ ਦੀ ਮਸ਼ਹੂਰੀ ਵੀ ਹੁੰਦੀ ਹੈ, ਰਿਵਿਊ ਛਪਦੇ ਨੇ ਉਹਨਾਂ ਦੇ। ਕੁਛ ਅਖਬਾਰਾਂ 'ਚ ਐਤਵਾਰ ਨੂੰ ਛਪਦੇ ਨੇ, ਕੁਛ ਅਖਬਾਰਾਂ 'ਚ ਬੁੱਧਵਾਰ ਨੂੰ ਛਪਦੇ ਨੇ। ਉਹਨਾਂ ਦੇ ਜ਼ਰੀਏ ਅਸੀਂ ਪਤਾ ਲਾ ਸਕਦੇ ਹਾਂ ਕਿ ਕਿਹੜੀ ਕਿਤਾਬ ਜਿਹੜੀ ਹੈ ਚੰਗੀ ਪੜ੍ਹਨ ਵਾਲੀ ਹੈ, ਅਤੇ ਉਸ ਨੂੰ ਉੱਥੋਂ ਜਾ ਕੇ ਖਰੀਦਿਆ ਜਾ ਸਕਦਾ। ਅਤੇ ਕੁਝ ਜਿਹੜੇ ਕਿਤਾਬਾਂ ਵਾਲੇ ਨੇ ਉਹ ਤੁਹਾਨੂੰ ਕੁਛ ਕੰਸੈਸ਼ਨ ਵੀ ਦਿੰਦੇ ਆ, ਉਹਦੇ 'ਤੇ ਛੋਟ ਵੀ ਦਿੰਦੇ ਆ, ਕਿਤਾਬਾਂ ਦੀ ਜਿਹੜਾ ਵਿਕਰੀ ਮੁੱਲ ਲਿਖਿਆ ਹੁੰਦਾ ਉਹਦੇ 'ਤੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਇੱਕ ਕਾਲਰ ਸਾਡੇ ਨਾਲ ਹੋਰ ਨੇ ਜਿਹੜੇ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ। ਸਮਾਂ ਬਹੁਤ ਘੱਟ ਹੈ, ਬੜੀ ਤੇਜ਼ੀ ਨਾਲ ਦੌੜਦਾ ਜਾ ਰਿਹਾ। ਹੈਲੋ ਨਹੀਂ, ਉਹ ਇੰਤਜ਼ਾਰ ਨਹੀਂ ਕਰ ਸਕੇ ਤੇ ਆਪਾਂ ਉਹਦਾ ਫਾਇਦਾ ਲੈਂਦੇ ਹਾਂ ਉਹਨਾਂ 'ਚ। ਕੀ ਇਹ ਵਿਧਾ ਕੀ ਹੋਣੀ ਚਾਹੀਦੀ ਹੈ ਵੈਸੇ ਤੁਹਾਡੇ ਮੁਤਾਬਕ? ਤੁਸੀਂ ਬਹੁਤ ਕਿਤਾਬਾਂ ਤੁਹਾਡੀਆਂ ਛਪ ਚੁੱਕੀਆਂ ਨੇ, ਕਹਾਣੀ ਦੇ ਵਿੱਚ ਤੁਸੀਂ ਮਾਹਿਰ ਹੋ, ਲਿਖਣ ਦੇ ਵਿੱਚ। ਪਾਠਕਾਂ ਦੀ ਗਿਣਤੀ ਵਧਾਉਣ ਦੇ ਲਈ, ਇਸ ਚੀਜ਼ ਦਾ ਪ੍ਰਚਾਰ ਕਰਨ ਦੇ ਲਈ ਬਹੁਤ ਥੋੜ੍ਹੇ ਸ਼ਬਦਾਂ 'ਚ ਮੈਂ ਚਾਹਾਂਗਾ ਵੀ ਕੀ ਹੋਣਾ ਚਾਹੀਦਾ? ਅੱਜ ਕੱਲ੍ਹ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਚੱਲੀ ਹੈ ਕਿ ਕਹਾਣੀਆਂ ਉੱਪਰ ਹੀ ਫਿਲਮਾਂ ਬਣਦੀਆਂ, ਅੱਜ ਕੱਲ੍ਹ ਇੱਕ ਨਵੀਂ ਟੈਕਨੀਕ ਵੀ ਆ ਰਹੀ ਹੈ। ਜਿਸ ਤਰ੍ਹਾਂ ਉਹ ਪ੍ਰੀਤ ਲੜੀ ਦੇ ਜਿਹੜੇ ਸੰਪਾਦਕਾ ਹੈਗੇ ਪੂਨਮ ਸਿੰਘ ਜੀ, ਉਹਨਾਂ ਨੇ ਨਵਾਂ ਕੰਮ ਸ਼ੁਰੂ ਕੀਤਾ ਕਿ ਬਈ ਕਹਾਣੀਆਂ ਨੂੰ ਨਾ ਪੜ੍ਹ ਕੇ ਰਿਕਾਰਡ ਕੀਤਾ ਜਾਏ, ਉਹਨਾਂ ਨੂੰ ਇਲੈਕਟ੍ਰੋਨਿਕ ਫਾਰਮ 'ਚ ਲਿਆਂਦਾ ਜਾਏ, ਉਹਦਾ ਆਡੀਓ ਬਣਾਇਆ ਜਾਏ ਅਤੇ ਉਹ ਵੀ ਸੁਣਾਇਆ ਜਾਏ। ਇਹ ਵੀ ਇੱਕ ਤਰੀਕਾ ਸ਼ਾਇਦ ਮੇਰੇ ਖਿਆਲ ਕੁਛ ਠੀਕ ਹੋਏਗਾ। ਲੇਕਿਨ ਮੇਰਾ ਆਪਣਾ ਇਹ ਪਰਸਨਲ ਨਿੱਜੀ ਤੌਰ 'ਤੇ ਇਹ ਮੰਨਣਾ ਹੈ ਕਿ ਕਹਾਣੀ ਤੁਸੀਂ ਪੜ੍ਹ ਕੇ ਹੀ ਮਜ਼ਾ ਲੈ ਸਕਦੇ ਹੋ, ਕਹਾਣੀ ਸੁਣ ਕੇ ਮਜ਼ਾ ਨਹੀਂ ਲੈ ਸਕਦੇ। ਇਹ ਤੁਹਾਨੂੰ ਇਹਦੇ ਲਈ ਤੁਹਾਨੂੰ ਜਦੋਂ ਤੁਸੀਂ ਪੜ੍ਹਦੇ ਹੋ ਕਹਾਣੀ ਨੂੰ, ਤਾਂ ਤੁਸੀਂ ਉਹਦੇ ਜਿਹੜਾ ਲੇਖਕ ਹੈ ਜਾਂ ਜਿਹੜੇ ਕਹਾਣੀ ਦੇ ਪਾਤਰ ਹੈ, ਤੁਸੀਂ ਉਹਨਾਂ ਦੇ ਨਾਲ ਤੁਰਦੇ ਹੋ, ਤੁਸੀਂ ਉਹਨਾਂ ਨੂੰ ਆਪਣੇ ਨਜ਼ਰੀਏ ਨਾਲ ਪੇਸ਼ ਕਰਦੇ ਹੋ। ਤੁਹਾਡੇ ਅੰਦਰ ਇੱਕ ਨਾ ਆਪਣੀ ਫਿਲਮ ਚੱਲ ਰਹੀ ਹੁੰਦੀ ਹੈ, ਉਹਦਾ ਵੱਖਰਾ ਹੀ ਮਜ਼ਾ ਹੈ।
ਔਰ ਉਹ ਮਜ਼ਾ ਲੈਣ ਵਾਸਤੇ ਸਾਹਿਤਕਾਰਾਂ ਨੂੰ ਜਾਂ ਲੇਖਕਾਂ ਨੂੰ ਵੀ ਇਹ ਸੋਚਣਾ ਪਏਗਾ ਵੀ ਅਸੀਂ ਕਿਸ ਤਰ੍ਹਾਂ ਦਾ ਲਿਖੀਏ ਜਿਹੜਾ ਕਿ ਫਿਲਮਾਂ ਦਾ ਮੁਕਾਬਲਾ ਕਰ ਸਕਣ, ਜਿਹੜਾ ਕਿ ਟੀਵੀ ਦਾ ਮੁਕਾਬਲਾ ਕਰ ਸਕਣ, ਔਰ ਜਿਹੜੇ ਲੋਕ ਹੈ ਉਹ ਸਪੈਸ਼ਲ ਟਾਈਮ ਕੱਢਣ ਔਰ ਉਹ ਤੁਹਾਡਾ ਸਾਹਿਤ ਪੜ੍ਹਨ, ਤੁਹਾਡੀਆਂ ਕਹਾਣੀਆਂ ਪੜ੍ਹਨ। ਔਰ ਇਹਦੇ ਵਾਸਤੇ ਮੇਰਾ ਖਿਆਲ ਹੈ ਵਿਦਿਆਰਥੀਆਂ ਲਈ ਇੱਕ ਚੰਗੀ ਗੱਲ ਇਹ ਹੈ ਕਿ ਉਹ ਕਹਾਣੀ, ਨਾਵਲ ਜਾਂ ਇਸ ਕਿਸਮ ਦਾ ਕੋਈ ਸਾਹਿਤ ਪੜ੍ਹਨ 'ਚ ਉਹ ਮਾਪਿਆਂ ਦੀ ਵਾਹਵਾ ਲੈ ਸਕਦੇ ਨੇ, ਸ਼ਾਬਾਸ਼ ਲੈ ਸਕਦੇ ਆ, ਕਿਉਂਕਿ ਉਹ ਜਦੋਂ ਪੜ੍ਹ ਰਹੇ ਹੋਣਗੇ ਤਾਂ ਉਹਨਾਂ ਨੂੰ ਉੱਥੇ ਚਾਹ ਦਾ ਕੱਪ ਵੀ ਆ ਜਾਊਗਾ। ਬਿਲਕੁਲ 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 ਇਹ ਵੀ ਇੱਕ ਫਾਇਦਾ, ਇਹ ਵੀ ਇੱਕ ਹੈਗਾ। ਔਰ ਮੇਰਾ ਖਿਆਲ ਹੈ ਇਹਦੇ ਵਿੱਚ ਸਾਡੇ ਕੀ ਹੈ, ਸਾਡੇ ਪੰਜਾਬੀ ਕਲਚਰ ਵਿੱਚ ਕੀ ਹੈ, ਸੱਭਿਆਚਾਰ 'ਚ ਕੀ ਹੈ, ਤੁਸੀਂ ਕਿਸੇ ਵੀ ਘਰ 'ਚ ਜਾਂਦੇ ਹੋ ਨਾ ਤੇ ਉਹਨਾਂ ਦੇ ਘਰ ਮਤਲਬ ਤੁਹਾਡਾ ਉਹ ਮਿਲੇਗਾ ਤੁਹਾਨੂੰ, ਜਿਹਨੂੰ ਬੀਅਰ ਬਾਰ ਕਹਿ ਸਕਦੇ ਆ, ਜਾਂ ਉਹ ਬੋਤਲਾਂ ਦੇ ਤੁਹਾਨੂੰ ਉੱਥੇ ਹਰ ਤਰ੍ਹਾਂ ਦੀਆਂ ਮਿਲਣਗੀਆਂ, ਲਗਾਈਆਂ ਹੋਈਆਂ, ਸਸਤੀਆਂ ਤੋਂ ਲੈ ਕੇ ਮਹਿੰਗੀਆਂ ਤੱਕ। ਲੇਕਿਨ ਬਹੁਤ ਘੱਟ ਘਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਲਾਇਬ੍ਰੇਰੀ ਹੈਗੀ ਹੈ ਜਾਂ ਘਰ 'ਚ ਕਿਤਾਬਾਂ ਪਈਆਂ ਹੋਈਆਂ। ਇਹ ਵੀ ਇੱਕ ਕਾਰਨ ਹੈਗਾ। ਅਗਰ ਅਸੀਂ ਕੀ ਕਰਦੇ ਹਾਂ, ਜਦੋਂ ਕਿਸੇ ਦਾ ਜਨਮ ਦਿਨ ਹੈ ਜਾਂ ਕਿਸੇ ਦਾ ਵਿਆਹ ਹੁੰਦਾ ਤਾਂ ਅਸੀਂ ਉਹਨੂੰ ਹੋਰ ਤਰ੍ਹਾਂ ਦੇ ਗਿਫਟ ਦਿੰਦੇ ਹਾਂ, ਕੋਈ ਸ਼ਰਾਬ ਦੇ ਰਿਹਾ, ਕੋਈ ਹੋਰ ਦੇ ਰਿਹਾ। ਜੇਕਰ ਅਸੀਂ ਥੋੜ੍ਹਾ ਜਿਹਾ ਕਿਤਾਬਾਂ ਵਾਲਾ ਕਲਚਰ ਅਪਣਾਈਏ ਕਿ ਬੱਚੇ ਦਾ ਬਰਥਡੇ ਹੈ ਤੇ ਉਹਨੂੰ ਵਧੀਆ ਜਿਹੀਆਂ ਕਿਤਾਬਾਂ ਭੇਂਟ ਕੀਤੀਆਂ ਜਾਣ, ਜਾਂ ਉਹਦਾ ਕਿਸੇ ਦਾ ਵਿਆਹ ਹੋਇਆ ਤੇ ਉਹਨਾਂ ਨੂੰ ਵਧੀਆ ਕਿਤਾਬਾਂ ਦਾ ਸੈੱਟ ਦਿੱਤਾ ਜਾਏ। ਜੇ ਪੈਸੇ ਦੀ ਜਿਹੜੀ ਉਹ ਸ਼ਗਨ ਵਾਲੇ ਲਿਫਾਫੇ 'ਚ ਕਿਤਾਬ ਦਿੱਤੀ, ਜਿਹੜਾ 50 ਰੁਪਏ ਪੈਂਦੇ ਸੀ 10-11 ਤੋਂ ਸ਼ੁਰੂ ਹੋਇਆ ਸੀ, ਫਿਰ 51, 101, 501, ਹੁਣ ਤਾਂ ਹਜ਼ਾਰਾਂ 'ਚ ਦਿੰਦੇ ਆ ਲੋਕੀ। ਮੈਂ ਕਹਿੰਦਾ ਕਿਤਾਬਾਂ ਦੇਣੀਆਂ ਚਾਹੀਦੀਆਂ। ਉਹਦੇ ਨਾਲ ਤੁਹਾਨੂੰ ਪਤਾ ਲੱਗੇਗਾ, ਜਿਸ ਤਰ੍ਹਾਂ ਕਈ ਸਾਡੇ ਦੇਸ਼ ਦੇ ਕਈ ਸਾਰੇ ਐਸੇ ਪ੍ਰਾਂਤ ਹੈ ਜਿੱਥੇ ਕਲਚਰ ਆਲਰੇਡੀ ਹੈ, ਉੱਥੇ ਚੱਲਦਾ। ਸਾਡੇ ਵੀ ਅਗਰ ਹੋਏਗਾ ਤੇ ਮੇਰਾ ਖਿਆਲ ਹੈ ਇਹ ਵੀ ਇੱਕ ਬਹੁਤ ਵਧੀਆ ਇੱਕ ਸਾਧਨ ਹੋਏਗਾ ਕਿ ਅਸੀਂ ਪੰਜਾਬੀ ਪਾਠਕਾਂ ਨੂੰ। ਮੈਂ ਤਾਂ ਕਹਿੰਦਾ ਕਿ ਜ਼ਰੂਰੀ ਨਹੀਂ ਕਿ ਪੰਜਾਬੀ ਦੀਆਂ ਕਿਤਾਬਾਂ ਪੜ੍ਹਨ, ਕਿਉਂਕਿ ਇੰਟਰਨੈਸ਼ਨਲੀ ਸਾਨੂੰ ਅੰਗਰੇਜ਼ੀ ਦੀਆਂ, ਹਿੰਦੀ ਦੀਆਂ, ਜਿੰਨੀਆਂ ਅੱਛਾ ਜਿਹੜਾ ਲਿਟਰੇਚਰ ਹੈ ਸਾਨੂੰ ਪੜ੍ਹਨਾ ਚਾਹੀਦਾ। ਅੱਜ ਕੱਲ੍ਹ ਦੇਖੋ ਜਿਹੜਾ ਹੋਰ ਭਾਸ਼ਾਵਾਂ ਦਾ ਵੀ ਜਿਹੜਾ ਸਾਹਿਤ ਹੈ ਜਿਹਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕੀਤਾ ਗਿਆ ਹੈ, ਜਿਸ ਤਰ੍ਹਾਂ ਰਸੂਲ ਹਮਜ਼ਾ ਤੋਪ ਦੀਆਂ ਕਿਤਾਬਾਂ ਹੈਗੀਆਂ ਜੇ ਸਾਰਾ ਉਹ ਅਵੇਲੇਬਲ ਹੈਗਾ। ਔਰ ਮੇਰੇ ਖਿਆਲ ਇਹ ਇੱਕ ਵਧੀਆ ਤਰੀਕਾ ਹੈਗਾ ਕਿ ਅਸੀਂ ਪੰਜਾਬੀ ਸਾਹਿਤ ਨੂੰ ਜਾਂ ਪੰਜਾਬੀ ਕਹਾਣੀ ਨੂੰ ਦਰਸ਼ਕਾਂ ਨੂੰ ਆਪਣੇ ਨਾਲ ਜਾਂ ਪਾਠਕਾਂ ਨੂੰ ਜੋੜ ਸਕਦੇ ਹਾਂ। ਗੱਬੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸ਼ੁਕਰੀਆ ਜੀ ਬੁਲਾਉਣ ਵਾਸਤੇ, ਥੈਂਕ ਯੂ। ਸੋ ਇਸ ਦੇ ਨਾਲ ਹੀ ਅੱਜ ਦਾ ਜਾਗੋ ਪੰਜਾਬ ਸ਼ੋਅ ਦਾ ਵੇਲਾ ਹੁਣ ਖਤਮ ਹੁੰਦਾ ਹੈ। ਤੁਹਾਨੂੰ ਸਾਡਾ ਇਹ ਸ਼ੋਅ ਕਿਹੋ ਜਿਹਾ ਲੱਗਦਾ ਹੈ, ਇਸ ਬਾਰੇ ਤੁਸੀਂ ਸਾਨੂੰ editor@dayandnightnews.com ਤੇ ਈਮੇਲ ਕਰ ਸਕਦੇ ਹੋ। ਫੇਸਬੁੱਕ ਤੇ ਸਾਡੇ ਨਾਲ ਵਿਚਾਰ ਸਾਂਝੇ ਕਰ ਸਕਦੇ ਹੋ। ਤੁਹਾਡੇ ਸਭ ਦੇ ਜਿਉਂਦੇ ਵਾਸਤੇ ਰਹਿਣ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਮੈਨੂੰ ਇਜਾਜ਼ਤ ਦਿਓ। ਕੱਲ ਫੇਰ ਮਿਲਣ ਲਈ ਸਤਿ ਸ੍ਰੀ ਅਕਾਲ, ਰੱਬ ਰਾਖਾ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।